ਹੈਲੋ। ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਕਿ ਕੁਝ ਸਟੂਡੈਂਟ ਇੱਦਾਂ ਦੇ ਹੋਣਗੇ ਕਿ ਜਿਹੜੇ ਬਾਰ-ਬਾਰ ਐਗਜ਼ਾਮ ਦੇ ਰਹੇ ਨੇ, ਪਰ ਉਹਨਾਂ ਦਾ ਜਿਹੜਾ ਓਵਰਆਲ ਸਕੋਰ ਹੈਗਾ ਉਹ 5 ਜਾਂ 5.5 ਦੇ ਲਾਗੇ ਘੁੰਮ ਰਿਹਾ ਹੈ। ਓਕੇ, ਸੋ ਐਕਚੁਅਲੀ ਇਹ ਪ੍ਰੋਬਲਮ ਇਸ ਕਰਕੇ ਆਉਂਦੀ ਹੈ ਕਿਉਂਕਿ ਸਾਡੇ ਜਿਹੜੇ ਸਕੂਲਿੰਗ ਹੈਗੀ ਹੈ ਉਹ ਮੀਡੀਅਮ ਆਫ ਇੰਸਟਰਕਸ਼ਨਸ ਉਸਦੇ ਵਿੱਚ ਹਿੰਦੀ ਜਾਂ ਪੰਜਾਬੀ ਰਿਹਾ ਹੋਏਗਾ। और कई बार स्टूडेंट साइंस और मैथमेटिक्स 10th क्लास तक भी हिंदी या पंजाबी ਦੇ ਵਿੱਚ ਕਰਦੇ ਨੇ। ਸੋ ਮੈਂ ਇਹ ਨਹੀਂ ਕਹੂੰਗਾ ਕਿ ਇਹ ਮਾੜੀ ਗੱਲ ਹੈਗੀ ਹੈ, ਲੇਕਿਨ ਇਸ ਕਰਕੇ ਸਾਡੇ ਆਇਲਸ ਦੇ ਵਿੱਚੋਂ ਸਕੋਰ ਘਟਦੇ ਹੈਗੇ ਆ। ਸੋ ਆਇਲਸ ਇੱਕ ਲੈਂਗੁਏਜ ਹੈ, IELTS ਇਜ਼ ਦਾ ਟੈਸਟ ਆਫ ਲੈਂਗੁਏਜ, ਔਰ ਉਹ ਲੈਂਗੁਏਜ ਜਿਹੜੀ ਹੈ ਇੰਗਲਿਸ਼ ਹੈ। ਸੋ ਇੰਗਲਿਸ਼ ਨਾ ਆਉਣੇ ਕਰਕੇ ਸਾਨੂੰ ਪ੍ਰੋਬਲਮ ਆਉਂਦੀ ਹੈ ਕਿ ਓਕੇ ਅਸੀਂ ਸਕੋਰ ਜਿਹੜਾ ਹੈਗਾ ਸਾਡਾ ਓਵਰਆਲ 6 ਜਿਹੜੇ ਪਲੱਸ 2 ਤੋਂ ਬਾਅਦ ਵਿੱਚ ਐਗਜ਼ਾਮ ਦਿੰਦੇ ਆ, ਔਰ ਮਿਨੀਮਮ 5.5 ਇੱਕ ਜਨਰਲ ਜਿਹਾ ਟਰੈਂਡ ਹੈ ਕਿ ਸਾਨੂੰ ਇੰਨਾ ਸਕੋਰ ਚਾਹੀਦਾ ਹੈ। ਠੀਕ ਹੈ ਨਾ। ਸੋ ਓਵਰਆਲ 6 ਲੈਣੇ ਵਾਸਤੇ ਔਰ ਮਿਨੀਮਮ 5.5 ਲੈਣੇ ਵਾਸਤੇ ਸਾਨੂੰ ਬਹੁਤ ਜ਼ਿਆਦਾ ਐਫਰਟ ਕਰਨਾ ਪੈਂਦਾ, ਬਟ ਅਸੀਂ ਐਕਚੁਅਲੀ ਇੱਕ ਸਾਈਕਲ ਦੇ ਵਿੱਚ ਫਸ ਜਾਂਦੇ ਹੈਗੇ ਜਿਸ ਦੇ ਵਿੱਚ ਟੈਸਟ ਪ੍ਰੈਕਟਿਸ ਚੈੱਕ, ਟੈਸਟ ਪ੍ਰੈਕਟਿਸ ਚੈੱਕ, ਟੈਸਟ ਪ੍ਰੈਕਟਿਸ ਚੈੱਕ। ਆਪਾਂ ਇਸ ਚੀਜ਼ ਇਸ ਸਾਈਕਲ ਦੇ ਵਿੱਚ ਫਸ ਜਾਂਦੇ ਹਾਂ, ਜਿਸ ਕਰਕੇ ਸਾਡਾ ਜਿਹੜਾ ਹੈਗਾ ਪ੍ਰੋਪਰ ਸਕੋਰ ਜੋ ਅਸੀਂ ਅਚੀਵ ਕਰਨਾ ਚਾਹੁੰਦੇ ਹਾਂ ਉਹ ਨਹੀਂ ਮਿਲਦਾ। ਓਕੇ, ਔਰ ਇਹ ਕਈ ਵਾਰ ਦੇਖਿਆ ਹੈਗਾ, ਮੇਰੇ ਕੋਲ ਕਈ ਵਾਰ ਸਟੂਡੈਂਟਸ ਆਉਂਦੇ ਹੈਗੇ ਕਿ ਚਾਰ ਡਿਫਰੈਂਟ ਜਗ੍ਹਾ ਤੋਂ ਕੋਚਿੰਗ ਲੈਣ ਤੋਂ ਬਾਅਦ ਵਿੱਚ ਵੀ ਉਹਨਾਂ 'ਚ ਇੰਪਰੂਵਮੈਂਟ ਹੈ। ਪ੍ਰੋਬਲਮ ਕੀ ਹੈ ਕਿ ਅਸੀਂ ਇਸ ਸਾਈਕਲ ਦੇ ਉੱਤੇ ਜ਼ਿਆਦਾ ਫੋਕਸ ਕਰਦੇ ਹਾਂ। ਇੱਕ ਟੈਸਟ ਕੀਤਾ, ਪ੍ਰੈਕਟਿਸ ਕੀਤੀ, ਦੈਨ ਉਸਨੂੰ ਚੈੱਕ ਕੀਤਾ। ਐਕਚੁਅਲੀ ਜਿਨ੍ਹਾਂ ਨੂੰ ਐਵਰੇਜ ਇੰਗਲਿਸ਼ ਆਉਂਦੀ ਹੈ, ਇੱਕ ਬੇਸ ਸਟਰੋਂਗ ਹੈਗਾ ਜਿਨ੍ਹਾਂ ਦਾ, ਉਹਨਾਂ ਵਾਸਤੇ ਤਾਂ ਇਹ ਵਰਕ ਕਰ ਜਾਂਦਾ। ਬਟ ਅਗਰ ਅਸੀਂ ਇੰਗਲਿਸ਼ ਦੇ ਇਨ ਟੱਚ ਨਹੀਂ ਰਹੇ ਹਾਂ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ। ਹੁਣ ਇਸ ਦੇ ਵਿੱਚ ਇੱਕ ਗੱਲ ਇਹ ਵੀ ਸਿੱਖਣ ਦੀ ਜ਼ਰੂਰਤ ਹੈ ਕਿ ਕੋਈ ਵੀ ਇੱਕ ਲੈਂਗੁਏਜ ਅਸੀਂ ਪੰਜਾਬੀ ਜਾਂ ਹਿੰਦੀ ਸਿੱਖੀਏ। ਸੋ ਕੁਝ ਲੋਕ ਪੰਜਾਬੀ 'ਚ ਜ਼ਿਆਦਾ ਐਕਸਪਰਟ ਹੋਣਗੇ ਜਿਨ੍ਹਾਂ ਦੀ ਮਦਰ ਟੰਗ ਪੰਜਾਬੀ ਹੈ, ਔਰ ਕੁਝ ਲੋਕ ਹਿੰਦੀ ਦੇ ਵਿੱਚ ਜ਼ਿਆਦਾ ਐਕਸਪਰਟ ਹੋਣਗੇ ਜਿਨ੍ਹਾਂ ਦੀ ਮਦਰ ਟੰਗ ਹਿੰਦੀ ਹੈ। ਲੇਕਿਨ ਲਗਭਗ 10 ਸਾਲ ਲੱਗਦੇ ਹੈਗੇ ਇੱਕ ਲੈਂਗੁਏਜ ਨੂੰ ਸਿੱਖਣ ਵਾਸਤੇ। ਅਗਰ ਅਸੀਂ ਕਹਿੰਦੇ ਕਿ ਅਸੀਂ ਪੰਜਾਬੀ 'ਚ ਬਹੁਤ ਐਕਸਪਰਟ ਹਾਂ ਅਤੇ ਬਟ ਉਹ ਲਗਭਗ 10, 12, 15 ਸਾਲ ਅਸੀਂ ਉਹ ਲੈਂਗੁਏਜ ਦੇ ਵਿੱਚ ਰਹੇ ਹਾਂ ਔਰ ਸਿੱਖੀ ਹੈ। ਸੋ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਅਸੀਂ ਇੱਕ ਲੈਂਗੁਏਜ 10 ਸਾਲਾਂ ਦੇ ਵਿੱਚ ਸਿੱਖੀ ਹੈ ਔਰ ਦੂਸਰੀ ਲੈਂਗੁਏਜ 3 ਮਹੀਨਿਆਂ ਦੇ ਵਿੱਚ ਇੰਨੀ ਕੁ ਸਿੱਖ ਲਈਏ ਕਿ ਸਾਡੇ 6 ਬੈਂਡ ਆ ਜਾਣ। ਸੋ ਦੋਨਾਂ ਵਿੱਚ ਗੈਪ ਦੇਖੋ ਕਿੰਨਾ ਜ਼ਿਆਦਾ ਹੈ। ਓਕੇ, ਸੋ ਇਸ ਗੱਲ ਨੂੰ ਅਸੀਂ ਅੰਡਰਸਟੈਂਡ ਨਹੀਂ ਕਰਦੇ, ਔਰ ਅਸੀਂ ਕੀ ਹੈ ਕਿ ਅਸੀਂ ਟੈਸਟ ਜੋ ਪ੍ਰੈਪਰੇਸ਼ਨ ਸੈਂਟਰਸ ਹੈਗੇ ਆ ਉਹਨਾਂ ਵਿੱਚ ਟੈਸਟ ਪ੍ਰੈਕਟਿਸ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਹਾਂ। ਓਕੇ, ਟੈਸਟ ਉਦੋਂ ਲਿਆ ਜਾਂਦਾ ਜਦੋਂ ਅਸੀਂ ਆਪਣੇ ਆਪ ਨੂੰ ਇਵੈਲੂਏਟ ਕਰਨਾ ਹੁੰਦਾ ਕਿ ਅਸੀਂ ਕਿੰਨਾ ਕੁ ਪਰਫੈਕਟ ਆ ਉਸ ਚੀਜ਼ ਦੇ ਵਿੱਚ। ਟੈਸਟ ਉਦੋਂ ਨਹੀਂ ਦਿੱਤਾ ਜਾਂਦਾ ਕਿ ਅਸੀਂ ਆਪਣੇ ਆਪ ਨੂੰ ਇੰਪਰੂਵ ਕਰਨਾ ਹੈ। ਓਕੇ, ਟੈਸਟ ਹੋਏਗਾ ਤੁਹਾਡੀ ਐਬਿਲਿਟੀ ਨੂੰ ਚੈੱਕ ਕਰਨ ਦੇ ਲਈ ਕਿ ਤੁਸੀਂ ਲੈਂਗੁਏਜ ਦੇ ਵਿੱਚ ਕਿੰਨਾ ਕੁ ਪਰਫੈਕਟ ਹੋ। ਓਕੇ, ਸੋ ਹੁਣ ਇਹ 3 ਮੰਥਸ ਦੇ ਵਿੱਚ ਨੋਰਮਲੀ 3 ਮੰਥਸ ਦੀ ਟ੍ਰੇਨਿੰਗ ਹੁੰਦੀ, ਇਸ ਕਰਕੇ ਮੈਂ ਟਾਈਮ 3 ਮੰਥਸ ਲਿਆ ਹੈਗਾ। 3 ਮੰਥਸ ਦੇ ਵਿੱਚ ਅਗਰ ਅਸੀਂ ਟੈਸਟ ਪ੍ਰੈਕਟਿਸ ਕਰਦੇ ਰਹੀਏ ਤਾਂ ਬਹੁਤ ਹੀ ਰੇਅਰ ਹੈ ਕਿ ਅਸੀਂ 5 to 6 ਬੈਂਡ ਪਹੁੰਚ ਜਾਵਾਂਗੇ। ਕੁਝ ਐਕਸੈਪਸ਼ਨਸ ਜ਼ਰੂਰ ਹੋਣਗੀਆਂ, ਮੇਰੇ ਕੋਲ ਵੀ ਐਗਜ਼ਾਮਪਲਸ ਹੈਗੀਆਂ, ਕੁਝ ਐਕਸੈਪਸ਼ਨਸ ਹੈਗੀਆਂ ਜਿਹਦੇ ਵਿੱਚ ਸਟੂਡੈਂਟ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਔਰ ਬਹੁਤ ਜ਼ਿਆਦਾ ਟਾਈਮ ਬਿਤਾਇਆ ਔਰ ਬਹੁਤ ਜ਼ਿਆਦਾ ਫੋਕਸ ਕੀਤਾ, ਔਰ ਉਸ ਤੋਂ ਬਾਅਦ ਵੀ ਉਹਨੇ 3 ਮਹੀਨਿਆਂ ਦੇ ਵਿੱਚ ਜਿੱਥੇ ਕਿ 4.5 5 ਬੈਂਡ ਉਹ ਲੈ ਰਿਹਾ ਸੀਗਾ ਤਾਂ ਉਹ 6 ਬੈਂਡ ਓਵਰਆਲ 6 ਬੈਂਡ 'ਤੇ ਪਹੁੰਚ ਗਿਆ। ਓਕੇ, ਕਹਿਣੇ ਨੂੰ 1 ਬੈਂਡ ਦਾ ਡਿਫਰੈਂਸ ਹੈ, ਬਟ ਇਹ ਬਹੁਤ ਵੱਡਾ ਡਿਸਟੈਂਸ ਹੈ ਜੋ ਅਸੀਂ ਟਰੈਵਲ ਕਰਨਾ। ਹੁਣ ਪ੍ਰੋਬਲਮ ਇਹ ਆਉਂਦੀ ਹੈਗੀ ਕਿ ਉਹ ਐਕਸੈਪਸ਼ਨਸ ਸਾਰੇ ਨਹੀਂ ਹੁੰਦੇ, ਐਕਸੈਪਸ਼ਨਸ ਥੋੜ੍ਹੀਆਂ ਹੁੰਦੀਆਂ, 100 ਦੇ ਵਿੱਚ 1 ਜਾਂ 2 ਜਾਂ 3 ਹੋਣਗੀਆਂ, ਔਰ ਮੇਰੇ ਕੋਲ ਵੀ ਹੈਗੇ। ਇੱਦਾਂ ਨਹੀਂ ਹੈਗਾ ਕਿ ਮੇਰੇ ਸਾਰੇ ਸਟੂਡੈਂਟਸ ਇੱਦਾਂ ਦੇ ਹੋਣਗੇ, ਔਰ ਡਿਫਰੈਂਟ ਟਾਈਪਸ ਆਫ ਸਟੂਡੈਂਟਸ ਆਉਂਦੇ ਆ। ਸੋ ਇੱਕ ਇਹ ਸਭ ਇਹਨਾਂ ਸਾਰੀਆਂ ਗੱਲਾਂ ਨੂੰ ਮੈਂ ਮਾਈਂਡ ਦੇ ਵਿੱਚ ਰੱਖ ਕੇ ਇੱਕ ਕੋਰਸ ਡਿਜ਼ਾਈਨ ਕੀਤਾ ਹੈਗਾ ਜੋ ਕਿ ਪੂਰੇ 1 ਸਾਲ ਦਾ ਉਹ ਕੋਰਸ ਹੈ। ਕਿਉਂਕਿ ਇਹ ਚੀਜ਼ ਤਾਂ ਮੈਂ ਹੁਣੇ ਤੁਹਾਨੂੰ ਦੱਸ ਚੁੱਕਿਆ ਕਿ 10 ਸਾਲਾਂ ਦੇ ਵਿੱਚ ਅਗਰ ਆਪਾਂ ਇੱਕ ਲੈਂਗੁਏਜ ਦੇ ਵਿੱਚ ਪਰਫੈਕਸ਼ਨ ਲੈਂਦੇ ਹੈਗੇ ਆ ਅਤੇ ਇਹ ਬਹੁਤ ਮੁਸ਼ਕਿਲ ਹੈ ਸਾਡੇ ਵਾਸਤੇ ਕਿ ਅਸੀਂ
3 ਮਹੀਨਿਆਂ ਵਿੱਚ ਉਹ ਕਰੀਏ, ਠੀਕ ਹੈ ਨਾ। ਸੋ 12 ਮੰਥਸ ਦਾ ਇੱਕ ਕੋਰਸ ਹੈ, ਇਸ ਦੀ ਮੈਂ ਬਿਲਕੁਲ ਹੀ ਮਿਨੀਮਮ ਫੀਸ ਰੱਖੀ ਹੈਗੀ ਹੈ। ਇਹ ਸਿਰਫ ਉਹਨਾਂ ਸਟੂਡੈਂਟਸ ਵਾਸਤੇ ਹੈ ਜਿਨ੍ਹਾਂ ਦੀ ਸਕੂਲਿੰਗ ਦੇ ਵਿੱਚ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਨਹੀਂ ਸੀਗਾ। ਆਈ ਮੀਨ ਟੂ ਸੇ ਕਿ ਇੰਗਲਿਸ਼ ਮੀਡੀਅਮ ਦੇ ਵਿੱਚ ਨਹੀਂ ਪੜ੍ਹੇ ਹੈਗੇ। ਹੁਣ ਇੰਗਲਿਸ਼ ਮੀਡੀਅਮ ਤੋਂ ਅਸੀਂ ਮਤਲਬ ਇਹ ਨਹੀਂ ਲਗਾ ਸਕਦੇ ਕਿ ਸਕੂਲ ਇੰਗਲਿਸ਼ ਮੀਡੀਅਮ ਹੋਣਾ ਚਾਹੀਦਾ ਹੈਗਾ। ਕਈ ਵਾਰ ਸਕੂਲ ਲਿਖਿਆ ਹੁੰਦਾ ਇੰਗਲਿਸ਼ ਮੀਡੀਅਮ, ਬਟ ਮੋਡ ਆਫ ਇੰਸਟਰਕਸ਼ਨਸ ਉਹਦੀਆਂ ਰੀਜਨਲ ਲੈਂਗੁਏਜ ਦੇ ਵਿੱਚ ਹੁੰਦੀਆਂ ਨੇ, ਓਕੇ। ਔਰ ਜਾਂ ਉਹ ਸਟੂਡੈਂਟ ਜਿਨ੍ਹਾਂ ਨੇ ਆਪਣੇ ਸਾਰੇ ਸਬਜੈਕਟਸ ਐਟਲੀਸਟ 10th ਤੱਕ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਪੜ੍ਹੇ। ਸੋ ਇਹ ਉਹਨਾਂ ਸਟੂਡੈਂਟਸ ਵਾਸਤੇ ਮੈਂ ਇੱਕ 12 ਮੰਥਸ ਦਾ ਕੋਰਸ ਡਿਜ਼ਾਈਨ ਕੀਤਾ ਹੈਗਾ। ਸੋ ਸਪੈਸ਼ਲੀ ਜਿਹੜੇ ਇਸ ਟਾਈਮ 11th ਕਲਾਸ 12th ਕਲਾਸ ਦੇ ਵਿੱਚ ਅਪੀਅਰ ਹੋ ਰਹੇ ਨੇ, ਪੜ੍ਹ ਰਹੇ ਨੇ, ਉਹਨਾਂ ਵਾਸਤੇ ਜ਼ਿਆਦਾ ਬੈਨੀਫਿਟ ਹੈ। ਪਰ ਉਹਨਾਂ ਸਟੂਡੈਂਟਸ ਵਾਸਤੇ ਵੀ ਬੈਨੀਫਿਟ ਹੈ ਜਿਹੜੇ ਲਗਾਤਾਰ ਉਹਨਾਂ ਦੇ 5.5 ਆ ਰਹੇ ਹੈਗੇ। ਸੋ ਦੋ ਸੈਕਸ਼ਨਸ ਹੁੰਦੇ ਜਿਨ੍ਹਾਂ ਵਿੱਚ ਕੰਟੀਨਿਊਸਲੀ ਇੰਨੇ ਸਕੋਰ ਆਉਂਦੇ ਹੈਗੇ ਆ। ਇੱਕ ਰੀਡਿੰਗ ਸੈਕਸ਼ਨ ਹੋਏਗਾ ਔਰ ਇੱਕ ਸਾਡੇ ਕੋਲ ਰਾਈਟਿੰਗ ਸੈਕਸ਼ਨ ਹੋਏਗਾ, ਓਕੇ। ਸੋ ਕਈ ਵਾਰ ਸਟੂਡੈਂਟ ਸਪੀਕਿੰਗ ਦੇ ਵਿੱਚ 3 ਮੰਥਸ ਦੇ ਵਿੱਚ ਆਪਣੇ ਜਿਹੜੇ ਰਿਕੁਆਇਰਡ ਸਕੋਰ ਹੈ ਉੱਥੇ ਤੱਕ ਪਹੁੰਚ ਜਾਂਦੇ ਹੈਗੇ। ਬਟ ਮੇਨਲੀ ਇਹ ਦੋ ਸੈਕਸ਼ਨਸ ਹੈ ਜਿਨ੍ਹਾਂ ਦੇ ਉੱਤੇ ਫੋਕਸ ਕਰਨ ਦੀ ਜ਼ਿਆਦਾ ਜ਼ਰੂਰਤ ਹੈ। ਸੋ ਇਸ 12 ਮੰਥਸ ਦੇ ਵਿੱਚ ਕੋਈ ਵੀ ਅਸੀਂ ਟੈਸਟ ਪ੍ਰੈਕਟਿਸ ਨਹੀਂ ਕਰਨੀ ਹੈਗੀ, ਠੀਕ ਹੈ। ਕਿਸੇ ਤਰ੍ਹਾਂ ਦੀ ਕੋਈ ਟੈਸਟ ਪ੍ਰੈਕਟਿਸ ਨਹੀਂ ਕਰਨੀ ਆਇਲਸ ਦੀ। ਇਸ ਦੇ ਵਿੱਚ ਅਸੀਂ ਇੰਗਲਿਸ਼ ਬੇਸਿਕਸ ਨੂੰ ਸਿੱਖਣਾ ਹੈਗਾ ਔਰ ਉਸ ਦੇ ਲਈ ਮੈਂ 3 ਸਾਲ ਐਟਲੀਸਟ 10 ਸਾਲ ਰਿਸਰਚ ਕਰਕੇ ਇੱਕ ਪ੍ਰੋਗਰਾਮ ਡਿਜ਼ਾਈਨ ਕੀਤਾ ਹੈਗਾ, ਜਿਸ ਦੇ ਵਿੱਚ ਅਸੀਂ ਇੰਗਲਿਸ਼ ਬੇਸਿਕਸ ਨੂੰ ਕਾਫੀ ਹੱਦ ਤੱਕ ਕਲੀਅਰ ਕਰ ਲਵਾਂਗੇ ਔਰ ਸਾਨੂੰ ਕਿਸੇ ਤਰ੍ਹਾਂ ਦੀ ਵੀ ਇੰਗਲਿਸ਼ ਨੂੰ ਲੈ ਕੇ ਕੁਐਸਚਨਸ ਨਹੀਂ ਰਹਿਣਗੇ, ਓਕੇ। ਸੋ ਬਹੁਤ ਥੋੜ੍ਹੀਆਂ ਗੱਲਾਂ ਦੇ ਉੱਤੇ ਸਾਨੂੰ ਫੋਕਸ ਕਰਨ ਦੀ ਲੋੜ ਹੁੰਦੀ ਹੈਗੀ, ਲੇਕਿਨ ਟਾਈਮ ਸਾਨੂੰ ਚਾਹੀਦਾ ਹੈ, ਠੀਕ ਹੈ। ਹੁਣ ਇਹ 12 ਮੰਥਸ ਜੋ ਰੈਗੂਲਰ ਆਇਲਸ ਟ੍ਰੇਨਿੰਗ ਦੀ ਫੀਸ ਹੁੰਦੀ ਹੈਗੀ ਆ, ਉਹ ਫੀਸ ਨਹੀਂ ਹੈਗੀ ਹੈ। ਸੋ ਫੀਸ ਬਾਰੇ ਜ਼ਿਆਦਾ ਤੁਸੀਂ ਅਗਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਈਵਨਿੰਗ ਦੇ ਵਿੱਚ 2 ਆਵਰਸ ਦੀ ਕਲਾਸ ਤੁਹਾਡੀ ਡੇਲੀ ਹੋਏਗੀ ਐਕਸੈਪਟ ਸੰਡੇ ਐਂਡ ਐਨੀ ਟਾਈਪ ਆਫ ਹੌਲੀਡੇਜ਼, ਓਕੇ। ਸੋ 2 ਆਵਰਸ ਡੇਲੀ ਅਸੀਂ ਲਗਾਵਾਂਗੇ ਐਂਡ ਇਸ ਦੇ ਵਿੱਚ ਬਹੁਤ ਕੁਛ ਹੈ ਜੋ ਮੈਂ ਡਿਜ਼ਾਈਨ ਕੀਤਾ ਹੈਗਾ ਐਂਡ ਉਹ ਤੁਹਾਨੂੰ ਤੁਹਾਡੇ ਸਪੈਸੀਫਿਕਲੀ ਟਾਰਗੇਟ ਵੱਲ ਲੈ ਕੇ ਜਾਏਗਾ। ਸੋ ਇਹ ਬੇਸਿਕ ਇੰਗਲਿਸ਼ ਕੋਰਸ ਵੀ ਨਹੀਂ ਹੈਗਾ। ਅਗਰ ਆਪਾਂ ਕਹੀਏ ਕਿ ਇੰਗਲਿਸ਼ ਦੀ ਮੈਂ ਤੁਹਾਨੂੰ ਬੇਸਿਕ ਗ੍ਰਾਮਰ ਦੱਸੂੰਗਾ ਔਰ ਵੋਕੈਬਲਰੀ ਦੱਸੂੰਗਾ ਜਿਸ ਤਰ੍ਹਾਂ ਨੋਰਮਲੀ ਗ੍ਰਾਮਰ ਬੁੱਕਸ ਦੇ ਵਿੱਚ ਅਵੇਲੇਬਲ ਹੈਗਾ, ਐਕਚੁਅਲੀ ਜੋ ਵੀ ਸਾਡੀ ਸਟੱਡੀ ਦਾ ਪੈਟਰਨ ਹੋਏਗਾ ਉਹ ਟਾਰਗੇਟਡ ਹੋਏਗਾ। ਟਾਰਗੇਟਡ ਮੀਨਸ ਕਿ ਅਸੀਂ IELTS ਦੇ ਅਕੋਰਡਿੰਗਲੀ, ਇਸ ਨੂੰ ਆਪਾਂ ਆਇਲਸ ਕਹਿ ਦਿੰਦੇ ਹੈਗੇ ਆ, ਆਇਲਸ ਦੇ ਅਕੋਰਡਿੰਗਲੀ ਸਾਰਾ ਕੁਝ ਕਰਵਾਇਆ ਜਾਏਗਾ ਤਾਂ ਕਿ ਤੁਸੀਂ ਸਪੈਸੀਫਿਕਲੀ ਆਪਣੇ ਟਾਰਗੇਟ ਨੂੰ ਅਚੀਵ ਕਰ ਸਕੋ, ਠੀਕ ਹੈ। ਐਂਡ ਇਹ ਕੰਪਲਸਰੀ ਵੀ ਨਹੀਂ ਹੈ ਕਿ ਤੁਸੀਂ 12 ਮੰਥ ਦਾ ਕੋਰਸ ਜੁਆਇਨ ਕਰਨਾ ਹੈ ਔਰ ਇੱਕੋ ਵਾਰ ਦੇ ਵਿੱਚ ਫੀਸ ਦੇਣੀ ਹੈਗੀ ਹੈ, ਠੀਕ ਹੈ। ਬੇਸਿਕਲੀ ਇਸ ਦੇ ਵਿੱਚ ਤੁਸੀਂ 12 ਮੰਥ ਦੇ ਕੋਰਸ ਦੇ ਵਿੱਚ ਅਗਰ ਤੁਹਾਨੂੰ ਲੱਗਦਾ ਕਿ ਆਫਟਰ 3 ਮੰਥਸ ਤੁਸੀਂ ਪ੍ਰਿਪੇਅਰ ਹੋ ਚੁੱਕੇ ਹੋ ਅਤੇ ਤੁਸੀਂ ਆਫਟਰ 3 ਮੰਥਸ ਉਸ ਦੇ ਵਿੱਚ ਆਪਣਾ ਟੈਸਟ ਦੇ ਸਕਦੇ ਹੋ। ਅਗਰ ਤੁਹਾਨੂੰ ਲੱਗਦਾ ਕਿ ਨਹੀਂ ਜ਼ਿਆਦਾ ਰਿਕੁਆਇਰਮੈਂਟ ਹੈਗੀ ਆ ਅਤੇ ਤੁਸੀਂ ਉਸ ਤੋਂ ਬਾਅਦ ਵਿੱਚ ਵੀ ਇਹ ਕਰ ਸਕਦੇ ਹੋ, ਠੀਕ ਹੈ। ਔਰ ਇਹ ਈਵਨਿੰਗ ਦੇ ਵਿੱਚ ਰੱਖਿਆ ਹੈਗਾ ਤਾਂ ਕਿ ਤੁਸੀਂ ਆਪਣੇ ਸਕੂਲ ਟਾਈਮਿੰਗਸ ਤੋਂ ਬਾਅਦ ਵਿੱਚ ਜੁਆਇਨ ਕਰ ਸਕੋ। ਔਰ ਨੋ ਡਾਊਟ ਕਿ ਇਸ ਤਰ੍ਹਾਂ ਦੇ ਕੋਰਸਿਸ ਦੇ ਵਿੱਚ ਕਲਾਸਰੂਮ ਸਾਈਜ਼ ਬਹੁਤ ਛੋਟਾ ਹੋਣਾ ਚਾਹੀਦਾ ਹੈਗਾ। ਸੋ ਬਹੁਤ ਲਿਮਿਟਿਡ ਸੀਟਸ ਹੈਗੀਆਂ। ਆਈ ਹੋਪ ਕਿ ਤੁਸੀਂ ਇਸ ਗੱਲ ਨੂੰ, ਜਿੰਨੇ ਵੀ ਸਟੂਡੈਂਟਸ ਦੇਖ ਰਹੇ ਹੈਗੇ ਇਸ ਵੀਡੀਓ ਨੂੰ, ਅਗਰ ਇਸ ਨੂੰ ਅੰਡਰਸਟੈਂਡ ਕਰਦੇ ਹੋ ਅਤੇ ਜ਼ਰੂਰ ਇਸ ਕੋਰਸ ਨੂੰ ਜੁਆਇਨ ਕਰੋ। ਇਹ ਮੈਂ ਸਿਰਫ ਔਰ ਉਹਨਾਂ ਸਟੂਡੈਂਟਸ ਨੂੰ ਧਿਆਨ ਦੇ ਵਿੱਚ ਰੱਖ ਕੇ ਕੋਰਸ ਡਿਜ਼ਾਈਨ ਕੀਤਾ ਹੈਗਾ ਜਿਨ੍ਹਾਂ ਨੂੰ ਹਮੇਸ਼ਾ ਇਹ ਲੱਗਦਾ ਰਹਿੰਦਾ ਹੈਗਾ ਕਿ ਜੋ ਮੈਂ ਕਰ ਰਿਹਾ ਹੈਗਾ ਟੈਸਟ ਪ੍ਰੈਕਟਿਸ ਉਸ ਸਰਕਲ ਦੇ ਵਿੱਚ ਜਿਹੜਾ ਫਸਿਆ ਉਹ ਮੇਰੇ ਲਈ ਫਰੂਟਫੁਲ ਨਹੀਂ ਹੈਗਾ, ਠੀਕ ਹੈ। ਫਸਟ 2 ਵੀਕਸ ਇਸ ਕੋਰਸ ਦੇ ਵਿੱਚ ਫ੍ਰੀ ਨੇ। ਸੋ ਤੁਹਾਨੂੰ ਅਗਰ ਇਹ ਲੱਗਣਾ ਸ਼ੁਰੂ ਨਹੀਂ ਹੁੰਦਾ ਕਿ ਮੈਂ ਇੰਪਰੂਵ ਨਹੀਂ ਕਰ ਰਿਹਾ ਹੈਗਾ ਤਾਂ ਤੁਸੀਂ ਅੱਗੇ ਕੰਟੀਨਿਊ ਕਰਨ ਦੀ ਜ਼ਰੂਰਤ ਨਹੀਂ ਹੈਗੀ, ਠੀਕ ਹੈ ਜੀ। ਸੋ ਥੈਂਕ ਯੂ। ਆਈ ਹੋਪ ਤੁਸੀਂ ਸਾਰੀਆਂ ਗੱਲਾਂ ਸਮਝ ਚੁੱਕੇ। ਅਗਰ ਕੋਈ ਵੀ ਐਕਸਟਰਾ ਤੁਸੀਂ ਚੀਜ਼ ਸਮਝਣੀ ਹੈਗੀ ਹੈ ਅਤੇ ਉਹ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਥੈਂਕ ਯੂ।